ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਦੇ ਇਸ ਕਲਾਸ ਦੇ ਵਿੱਚ ਆਪਾਂ ਕਰਨਾ ਹੈ ਕਲਾਸ ਨੰਬਰ 9 ਦਾ ਪਾਰਟ ਨੰਬਰ 9। ਯੂਨਿਟ ਆਪਣੀ ਚੱਲ ਰਹੀ ਸੀ ਫਾਈਨੈਂਸ਼ੀਅਲ ਅਕਾਊਂਟਿੰਗ। ਟੌਪਿਕ ਆਪਣਾ ਚੱਲ ਰਿਹਾ ਹੈ ਮੈਥਡਸ ਆਫ ਡੈਪਰੀਸੀਏਸ਼ਨ। ਉਹਦੇ ਵਿੱਚ ਆਪਾਂ ਅੱਜ 8th ਨੰਬਰ ਵਾਲਾ ਮੈਥਡ ਕਰਨਾ ਹੈ ਡਿਪਲੀਸ਼ਨ ਮੈਥਡ ਆਫ ਡੈਪਰੀਸੀਏਸ਼ਨ। ਹੁਣ ਡਿਪਲੀਸ਼ਨ ਮੈਥਡ ਆਫ ਡੈਪਰੀਸੀਏਸ਼ਨ ਕੀ ਹੈ? The depletion method of depreciation is used to depreciate natural resources। ਮੈਂ ਨਾ ਇੱਕ ਜਦੋਂ ਇੰਟਰੋਡਕਸ਼ਨ ਵਾਲੀ ਕਲਾਸ ਕਰਵਾਈ ਸੀ ਡੈਪਰੀਸੀਏਸ਼ਨ ਵਾਲੇ ਮੈਥਡ ਦੀ, ਉਹਦੇ ਵਿੱਚ ਮੈਂ ਤੁਹਾਨੂੰ ਅਮੋਰਟਾਈਜੇਸ਼ਨ, ਡਿਪਲੇਸ਼ਨ, ਆਬਸੋਲੈਸੈਂਸ ਇਹ ਵਾਲੀ ਟਰਮਸ ਕਰਵਾਈਆਂ ਸੀ। ਉਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਡਿਪਲੇਸ਼ਨ ਵਾਲੀ ਜਿਹੜੀ ਟਰਮ ਹੈ ਉਹ ਸਿਰਫ ਔਰ ਸਿਰਫ ਨੈਚੁਰਲ ਰਿਸੋਰਸਿਸ ਦੇ ਨਾਲ ਰਿਲੇਟ ਕਰਦੀ ਹੈ, ਨੈਚੁਰਲ ਰਿਸੋਰਸਿਸ ਦੇ ਨਾਲ। ਠੀਕ ਹੈ, ਜਦੋਂ ਆਪਾਂ ਇਹਨਾਂ ਦੀ ਵੈਲਿਊ ਨੂੰ ਡੈਪਰੀਸੀਏਟ ਕਰਕੇ ਦਿਖਾਉਣਾ ਹੈ ਤਾਂ ਉੱਥੇ ਆਪਾਂ ਡਿਪਲੇਸ਼ਨ ਮੈਥਡ ਯੂਜ਼ ਕਰਾਂਗੇ, ਸੱਚ ਐਜ਼ ਮਾਈਨਸ, ਓਇਲ ਵੈਲਸ, ਕੋਲ ਡਿਪੋਜ਼ਿਟਸ, ਟਿੰਬਰ ਫੋਰੈਸਟ ਐਕਸੈਟਰਾ। ਹੁਣ ਇਹ ਮੈਥਡ ਐਜ਼ਿਊਮ ਕੀ ਕਰਦਾ ਹੈ? ਇਟ ਐਜ਼ਿਊਮਸ ਦੈਟ ਦ ਵੈਲਿਊ ਆਫ ਦ ਐਸੈਟ ਡਿਕਰੀਜ਼ਿਜ਼। ਇਹ ਐਜ਼ਿਊਮ ਕਰਦਾ ਹੈ ਕਿ ਜਿਹੜਾ ਵੈਲਿਊ ਆਫ ਐਸੈਟ ਹੈ ਉਹ ਡਿਕਰੀਜ਼ ਹੁੰਦਾ ਜਾਏਗਾ ਜਿੱਦਾਂ ਜਿੱਦਾਂ ਆਪਾਂ ਉਹਦੇ ਵਿੱਚੋਂ ਐਕਸਟਰੈਕਟ ਕਰਦੇ ਜਾਵਾਂਗੇ ਜਾਂ ਉਹਨੂੰ ਯੂਜ਼ ਕਰਦੇ ਜਾਵਾਂਗੇ with the extraction or consumption of the natural resources। ਠੀਕ ਹੈ, ਟਾਈਮ 'ਤੇ ਜਿੱਦਾਂ ਅਸੀਂ ਉਹਨੂੰ ਯੂਜ਼ ਕਰਦੇ ਜਾਵਾਂਗੇ ਉਸ ਨੈਚੁਰਲ ਰਿਸੋਰਸਿਸ ਨੂੰ ਐਕਸਟਰੈਕਟ ਕਰਦੇ ਜਾਵਾਂਗੇ। ਐਕਸਟਰੈਕਟ ਦਾ ਮਤਲਬ ਹੁੰਦਾ ਉਹਨੂੰ ਯੂਜ਼ ਕਰਨਾ। ਠੀਕ ਹੈ, ਉਹਨੂੰ ਯੂਜ਼ ਕਰਦੇ ਜਾਵਾਂਗੇ, ਕੰਜ਼ਿਊਮ ਕਰਦੇ ਜਾਵਾਂਗੇ ਤਾਂ ਉਹਦੀ ਜਿਹੜੀ ਵੈਲਿਊ ਹੈ ਐਸਿਡ ਦੀ, ਉਸ ਐਸਿਡ ਦੀ, ਮੰਨ ਲਓ ਇੱਕ ਮਾਈਨ ਹੈ, ਕੋਇਲੇ ਦੀ ਖਾਨ ਹੈ, ਤਾਂ ਉਹਦੀ ਵੈਲਿਊ ਕਿਵੇਂ ਡਿਕਰੀਜ਼ ਹੋਏਗੀ? ਜਿੱਦਾਂ ਜਿੱਦਾਂ ਆਪਾਂ ਉਹ 'ਚੋਂ ਕੋਇਲੇ ਕੱਢਦੇ ਰਵਾਂਗੇ। ਤਾਂ ਇਹ ਮੈਥਡ ਇਹ ਐਜ਼ਿਊਮ ਕਰਕੇ ਚੱਲਦਾ। ਠੀਕ ਹੈ, ਨੈਕਸਟ ਹੈ ਸਾਡੇ ਕੋਲ ਇੰਪੋਰਟੈਂਟ ਪੁਆਇੰਟ ਹੈ ਇਸ ਮੈਥਡ ਦਾ ਕਿ ਨੋਟ ਡਿਊ ਟੂ ਦਾ ਟਾਈਮ ਔਰ ਯੂਸੇਜ ਲਾਈਕ ਅਦਰ ਮੈਥਡਸ। ਇਹਦੇ ਵਿੱਚ ਵੀ ਟਾਈਮ ਫੈਕਟਰ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ, ਨਾ ਹੀ ਉਹਦੇ ਯੂਸੇਜ ਵੈਲਿਊ ਨੂੰ ਕੰਸੀਡਰ ਕੀਤਾ ਜਾਂਦਾ। ਸਿਰਫ ਔਰ ਸਿਰਫ ਇਹਦੇ ਵਿੱਚ ਆਪਾਂ ਇੰਨਾ ਦੇਖਦੇ ਹਾਂ ਕਿ ਐਸਿਡ ਦੀ ਵੈਲਿਊ ਡਿਕਰੀਜ਼ ਹੋ ਰਹੀ ਹੈ ਜਿੱਦਾਂ ਜਿੱਦਾਂ ਆਪਾਂ ਉਸ ਐਸਿਡ ਨੂੰ ਐਕਸਟਰੈਕਟ ਕਰ ਰਹੇ। ਆਈ ਹੋਪ ਤੁਹਾਨੂੰ ਮੀਨਿੰਗ ਕਲੀਅਰ ਹੈ। ਨੈਕਸਟ ਦੇਖਦੇ ਹਾਂ ਇਹਦੇ ਅਦਰ ਨੇਮਸ ਦੇ ਉੱਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇਹਦੇ ਅਦਰ ਨੇਮਸ ਹੈ ਵੇਸਟਿੰਗ, ਐਸਿਡ ਮੈਥਡਸ, ਨੈਚੁਰਲ ਰਿਸੋਰਸਿਸ, ਡੈਪਰੀਸੀਏਸ਼ਨ ਮੈਥਡ। ਠੀਕ ਹੈ, ਨੈਕਸਟ ਆਉਂਦਾ ਸਾਡੇ ਕੋਲ ਇਹਦਾ ਫਾਰਮੂਲਾ। ਇਹਦੇ ਵਿੱਚ ਯੂਜ਼ ਹੋਣ ਵਾਲੇ ਦੋ ਫਾਰਮੂਲੇ ਹੈ। ਪਹਿਲਾ ਫਾਰਮੂਲਾ ਯੂਜ਼ ਹੋਏਗਾ ਜਿਹਨੂੰ ਤੁਸੀਂ ਬੋਲਣਾ ਡਿਪਲੇਸ਼ਨ ਪਰ ਯੂਨਿਟ, ਕਿ ਇੱਕ ਯੂਨਿਟ ਦੇ ਪਿੱਛੇ ਕਿੰਨਾ ਡਿਪਲੇਟ ਹੋ ਰਿਹਾ ਐਸਿਡ। ਠੀਕ ਹੈ, ਇੱਕ ਯੂਨਿਟ ਦੇ ਪਿੱਛੇ ਉਹ ਐਸਿਡ ਮੇਰਾ ਕਿੰਨਾ ਡਿਪਲੇਟ ਹੋ ਰਿਹਾ, ਉਹ ਹੋ ਜਾਏਗਾ ਡਿਪਲੇਸ਼ਨ ਪਰ ਯੂਨਿਟ। ਹੁਣ ਇਹਦਾ ਫਾਰਮੂਲਾ ਕੀ ਹੋਏਗਾ? ਕੋਸਟ ਆਫ ਐਸਿਡ ਦੇ ਵਿੱਚੋਂ ਜੋ ਤੁਸੀਂ ਰੈਜ਼ੀਡੂਅਲ ਵੈਲਿਊ ਔਰ ਸਕ੍ਰੈਪ ਵੈਲਿਊ ਮਾਈਨਸ ਕਰ ਦੋਗੇ ਅਤੇ ਉਹਨੂੰ ਡਿਵਾਈਡ ਕਰ ਦੋਗੇ ਜਦੋਂ ਐਸਟੀਮੇਟਿਡ ਟੋਟਲ ਯੂਨਿਟਸ ਆਫ ਰਿਸੋਰਸਿਸ, ਇਹ ਵੀ ਗਿਵਨ ਹੋਏਗਾ। ਠੀਕ ਹੈ, ਇਹਦੇ 'ਚੋਂ ਨਿਊਮੈਰੀਕਲ ਵੀ ਆ ਸਕਦਾ ਹੈ ਕਿਉਂਕਿ ਬਹੁਤ ਸਿੰਪਲ ਕੈਲਕੂਲੇਸ਼ਨ ਹੈ। ਇਹ ਵੀ ਗਿਵਨ ਹੋਏਗਾ ਔਰ ਸਕ੍ਰੈਪ ਵੈਲਿਊ ਵੀ ਗਿਵਨ ਹੋਏਗੀ। ਜਦੋਂ ਤੁਸੀਂ ਕੋਸਟ ਆਫ ਐਸਿਡ ਦੇ ਵਿੱਚੋਂ ਉਸ ਐਸਿਡ ਦੀ ਸਕ੍ਰੈਪ ਵੈਲਿਊ ਮਾਈਨਸ ਕਰ ਦੋਗੇ ਅਤੇ ਐਸਟੀਮੇਟਿਡ ਯੂਨਿਟਸ ਆਫ ਰਿਸੋਰਸਿਸ ਦੇ ਨਾਲ ਉਹਨੂੰ ਡਿਵਾਈਡ ਕਰ ਦੋਗੇ ਤਾਂ ਤੁਹਾਡੇ ਕੋਲ ਕੀ ਨਿਕਲ ਕੇ ਆਏਗਾ? ਡਿਪਲੇਸ਼ਨ ਪਰ ਯੂਨਿਟ। ਹੁਣ ਦੇਖੋ, ਹੁਣ ਡਿਪਲੇਸ਼ਨ ਪਰ ਯੂਨਿਟ ਤੋਂ ਬਾਅਦ ਤੁਸੀਂ ਡੈਪਰੀਸੀਏਸ਼ਨ ਨਿਕਾਲਣੀ ਹੈ ਤਾਂ ਡੈਪਰੀਸੀਏਸ਼ਨ ਦਾ ਫਾਰਮੂਲਾ ਕੀ ਬਣੇਗਾ? ਡਿਪਲੇਸ਼ਨ ਪਰ ਯੂਨਿਟ ਜਿਹੜੇ ਤੁਸੀਂ ਉੱਪਰ ਵਾਲੇ ਫਾਰਮੂਲੇ ਦੇ ਵਿੱਚ ਨਿਕਾਲੀ ਉਹਨੂੰ ਤੁਸੀਂ ਮਲਟੀਪਲਾਈ ਕਰ ਦੋਗੇ ਐਕਸਟਰੈਕਟਿਡ ਡਿਊਰਿੰਗ ਦਾ ਈਅਰ, ਕਿ ਤੁਸੀਂ ਇੱਕ ਸਾਲ ਦੇ ਵਿੱਚ ਮਤਲਬ ਉਸ ਪਾਰਟੀਕੂਲਰ ਸਾਲ ਦੇ ਵਿੱਚ ਕਿੰਨਾ ਐਕਸਟਰੈਕਟ ਕੀਤਾ ਉਸ ਐਸਿਡ। ਠੀਕ ਹੈ, ਕਿ ਕਿੰਨਾ ਉਸ ਐਸਿਡ ਨੂੰ ਤੁਸੀਂ ਯੂਜ਼ ਕੀਤਾ, ਉਹਦੀ ਯੂਨਿਟਸ, ਉਹਨੂੰ ਮਲਟੀਪਲਾਈ ਕਰ ਦੋਗੇ। ਦੁਬਾਰਾ ਰਿਪੀਟ ਕਰ ਰਹੀ ਹਾਂ, ਡਿਪਲੇਸ਼ਨ ਪਰ ਯੂਨਿਟ ਨਿਕਾਲ ਲੋਗੇ ਤਾਂ ਤੁਸੀਂ ਮਲਟੀਪਲਾਈ ਕਰ ਦੋਗੇ ਉਹ ਯੂਨਿਟਸ ਜਿੰਨੀਆਂ ਤੁਸੀਂ ਉਸ ਐਸਿਡ ਦੇ ਵਿੱਚੋਂ ਐਕਸਟਰੈਕਟ ਕੀਤੀਆਂ। ਐਕਸਟਰੈਕਟ ਦਾ ਮਤਲਬ ਹੁੰਦਾ ਯੂਜ਼ ਕੀਤੀਆਂ। ਠੀਕ ਹੈ, ਜਾਂ ਫਿਰ ਕੰਜ਼ਿਊਮ ਕੀਤੀਆਂ, ਉਹਨੂੰ ਬੋਲ ਦਿੰਦੇ ਐਕਸਟਰੈਕਟਿਡ ਯੂਨਿਟਸ। ਹੁਣ ਦੇਖੋ ਨੈਕਸਟ ਪੁਆਇੰਟ ਹੈ ਸਾਡੇ ਕੋਲ ਕਿ ਇਹ ਮੈਥਡ ਕਿੱਥੇ ਕਿੱਥੇ ਸਿਊਟੇਬਲ ਹੈ। ਨੈਚੁਰਲ ਰਿਸੋਰਸਿਸ 'ਤੇ ਹੀ ਪੂਰੇ ਤਰੀਕੇ ਦੇ ਨਾਲ ਇਹ ਮੈਥਡ ਸਿਊਟੇਬਲ ਹੈ। ਓਇਲ ਵੈਲਸ ਹੋ ਗਿਆ, ਕੋਲ ਮਾਈਨਸ ਹੋ ਗਿਆ, ਸੈਂਡ ਪਿਟਸ ਹੋ ਗਿਆ, ਫੋਰੈਸਟ ਟਿੰਬਰ ਹੋ ਗਿਆ, ਗੋਲਡ ਮਾਈਨਸ ਹੋ ਗਿਆ। ਠੀਕ ਹੈ, ਇਹਨਾਂ ਐਸਿਡਸ ਦੇ ਉੱਤੇ ਸਾਡਾ ਇਹ ਵਾਲਾ ਮੈਥਡ ਫਿਟ ਬੈਠਦਾ ਹੈ, ਸਿਊਟੇਬਲ ਬੈਠਦਾ ਹੈ। ਅਤੇ ਜਦੋਂ ਇਹਨਾਂ ਐਸਿਡਸ ਦੀ ਡੈਪਰੀਸੀਏਸ਼ਨ ਵੈਲਿਊ ਨਿਕਾਲਣੀ ਹੈ ਤਾਂ ਆਪਾਂ ਯੂਜ਼ ਕਰਨਾ ਹੈ ਡਿਪਲੇਸ਼ਨ ਮੈਥਡ।
ਨੈਕਸਟ ਹੈ ਇਹਦੇ ਫੀਚਰਸ ਦੇ ਵਿੱਚ ਉਹੀ ਚੀਜ਼ ਹੈ ਕਿ ਐਸੈਟ ਕਿਸ ਤਰ੍ਹਾਂ ਦਾ ਹੋਏਗਾ, ਨੈਚੁਰਲ ਰਿਸੋਰਸਿਸ। ਬੇਸਿਸ ਕੀ ਰਹੂਗੇ, ਐਕਚੁਅਲ ਐਕਸਟ੍ਰੈਕਸ਼ਨ ਜਾਂ ਕੰਜ਼ੰਪਸ਼ਨ ਦੇ ਉੱਤੇ ਇਹਦੀ ਕੈਲਕੂਲੇਸ਼ਨ ਕੀਤੀ ਜਾਏਗੀ। ਜਦੋਂ ਤੁਸੀਂ ਡੈਪਰੀਸੀਏਸ਼ਨ ਨਿਕਾਲ ਰਹੇ ਹੋ ਤਾਂ ਇਸ ਫਾਰਮੂਲੇ ਦੇ ਅਕੋਰਡਿੰਗ ਤਾਂ ਤੁਸੀਂ ਐਕਚੁਅਲ ਕੰਜ਼ੰਪਸ਼ਨ ਨੂੰ ਮਲਟੀਪਲਾਈ ਕਰ ਰਹੇ ਹੋ। ਇਹ ਵਾਲੀ ਜਿਹੜੀ ਚੀਜ਼ ਹੈ ਨਾ, ਮੈਂ ਇੱਕ ਮਿੰਟ ਕਲੀਅਰ ਕਰ ਦਿੰਦੀ ਹਾਂ। ਇਹ ਤਾਂ ਤੁਸੀਂ ਡਿਪਲੇਸ਼ਨ ਨਿਕਾਲ ਲਿਆ ਕਿ 1 ਯੂਨਿਟ ਦੇ ਪਿੱਛੇ ਉਹ ਐਸਿਡ ਕਿੰਨਾ ਡਿਪਲੇਟ ਹੋ ਰਿਹਾ। ਉਸ ਤੋਂ ਬਾਅਦ ਤੁਸੀਂ ਜਿਹੜੀ ਆ ਚੀਜ਼ ਮਲਟੀਪਲਾਈ ਕਰ ਰਹੇ ਹੋ ਨਾ, ਇਹ ਐਕਚੁਅਲ ਕੰਜ਼ੰਪਸ਼ਨ ਹੈ ਕਿ ਉਸ ਐਸਿਡਸ ਨੂੰ ਇੱਕ ਪਾਰਟੀਕੂਲਰ ਸਾਲ ਦੇ ਵਿੱਚ ਕਿੰਨਾ ਯੂਜ਼ ਕੀਤਾ ਗਿਆ। ਠੀਕ ਹੈ, ਇਹ ਐਕਚੁਅਲ ਯੂਸੇਜ ਆ ਉਹਦੀ, ਐਕਚੁਅਲ ਯੂਜ਼ ਜਾਂ ਫਿਰ ਐਕਸਟ੍ਰੈਕਸ਼ਨ। ਉਸ ਤੋਂ ਬਾਅਦ ਟਾਈਮ ਫੈਕਟਰ ਇਹਦੇ ਵਿੱਚ ਪੂਰੇ ਤਰੀਕੇ ਦੇ ਨਾਲ ਇਗਨੋਰ ਕੀਤਾ ਜਾਂਦਾ ਹੈ। ਠੀਕ ਹੈ, ਇਹਦੇ ਵਿੱਚ ਟਾਈਮ ਫੈਕਟਰ ਨਹੀਂ ਲਿਆ ਜਾਂਦਾ। ਉਸ ਤੋਂ ਬਾਅਦ ਇੰਪੋਰਟੈਂਟ ਪੁਆਇੰਟ ਆ, ਫਿਕਸਡ ਰੇਸ਼ੋ ਪਰ ਯੂਨਿਟ ਲਈ ਜਾਂਦੀ ਹੈ। ਹਾਂਜੀ, ਪਰ ਯੂਨਿਟ ਦੀ ਫਿਕਸਡ ਰੇਸ਼ੋ ਲਈ ਜਾਂਦੀ ਹੈ। ਜਿਹੜਾ ਡਿਪਲੇਸ਼ਨ ਪਰ ਯੂਨਿਟ ਹੈ ਉਹ ਤੁਸੀਂ ਬਾਰ-ਬਾਰ ਨਹੀਂ ਨਿਕਾਲਣਾ, ਇੱਕੋ ਵਾਰ ਨਿਕਾਲਿਆ ਉਹਨੂੰ ਹੀ ਡੈਪਰੀਸੀਏਸ਼ਨ ਅਗਲੇ ਸਾਲ ਦੀ ਨਿਕਾਲਣ ਵਾਸਤੇ, ਫਿਰ ਉਸ ਤੋਂ ਅਗਲੇ ਸਾਲ ਦੀ ਨਿਕਾਲਣ ਵਾਸਤੇ ਯੂਜ਼ ਕਰਨਾ। ਤਾਂ ਇਹ ਰੇਸ਼ੋ ਕੀ ਰਹੇਗੀ, ਫਿਕਸਡ ਰਹੇਗੀ। ਉਸ ਤੋਂ ਬਾਅਦ ਹੈ यूजफुल फॉर कॉस्ट कंट्रोल। येस इट इज़ यूजफुल फॉर कॉस्ट कंट्रोल एज क्योंकि ये ट्रैक करता है पर यूनिट कॉस्ट ऑफ रिसोर्सिस। ठीक है, जो डिप्लेशन मैथड है ना वो कॉस्ट कंट्रोल नू करन वास्ते बहुत ज़्यादा यूजफुल है। किवें यूजफुल है, क्योंकि ये मैथड ट्रैक करता है, ट्रैक मतलब निगाह रखता है पर यूनिट कॉस्ट के उत्ते कि एक यूनिट रिसोर्सिस की कितनी कॉस्ट पई। ठीक है, उस तो बाद ये वाला भी पॉइंट इंपॉर्टेंट है, इनू मार्क करना। मैचिंग प्रिंसिपल, मैचिंग प्रिंसिपल ਜਿਹੜਾ ਇਹ ਵਾਲਾ ਮੈਥਡ ਹੈ, ਮੈਚਿੰਗ ਪ੍ਰਿੰਸੀਪਲ ਨੂੰ ਲੈ ਕੇ ਚੱਲਦਾ ਹੈ। ਇਹ ਮੈਚ ਕਰਦਾ ਆਪਣੀ ਕੋਸਟ ਨੂੰ ਅਤੇ ਉਹਦੇ ਰੈਵਨਿਊ ਨੂੰ, ਪਾਰਟੀਕੂਲਰ ਸਾਲ ਦੇ ਕੋਸਟ ਔਰ ਪਾਰਟੀਕੂਲਰ ਸਾਲ ਦੇ ਰੈਵਨਿਊ ਨੂੰ ਇਹ ਮੈਚ ਕਰਦਾ ਹੈ। ਠੀਕ ਹੈ, ਉਸ ਤੋਂ ਬਾਅਦ ਹੁਣ ਦੇਖੋ ਇੱਕ ਪ੍ਰੈਕਟੀਕਲ ਛੋਟਾ ਜਿਹਾ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ ਕਿ ਆਪਾਂ ਫਾਰਮੂਲੇ ਨੂੰ ਕਿੱਦਾਂ ਅਪਲਾਈ ਕਰਨਾ ਹੈ। एग्जाम्पल है मेरे को, कॉस्ट ऑफ माइन गिवन है 10 लाख, रेजिडुअल वैल्यू गिवन है 1 लाख। ठीक है, टोटल एस्टिमेटेड रिसोर्सिस गिवन है 90,000 टन कि उस माइन ਦੇ ਵਿੱਚ ਇੰਨੇ ਰਿਸੋਰਸਿਸ ਹੈਗੇ ਆ। ਉਸ ਤੋਂ ਬਾਅਦ ਗਿਵਨ ਹੈ ਕਿ ਇਫ 12,000 ਟਨ ਵਰ ਐਕਸਟ੍ਰੈਕਟਿਡ, ਕਿ ਮੰਨ ਲਓ ਅਗਰ 12,000 ਟਨ ਇਹਦੇ ਵਿੱਚੋਂ ਐਕਸਟ੍ਰੈਕਟ ਕੀਤਾ ਜਾਂਦਾ ਇੱਕ ਸਾਲ ਦੇ ਵਿੱਚ, ਤਾਂ ਡੈਪਰੀਸੀਏਸ਼ਨ ਦੀ ਵੈਲਿਊ ਕਿੰਨੀ ਹੋਏਗੀ। ਅਤੇ ਹੁਣ ਆਪਾਂ ਡੈਪਰੀਸੀਏਸ਼ਨ ਦੇ ਦੋ ਫਾਰਮੂਲਾਜ਼ ਹੈ। ਇੱਕ ਤਾਂ ਹੈਗਾ ਆਪਣੇ ਕੋਲ ਡਿਪਲੇਸ਼ਨ ਪਰ ਟਨ, ਯੂਨਿਟ ਹੁਣ ਦੱਸਦਾ ਨਾ, ਇੱਥੇ ਯੂਨਿਟ ਕੀ ਹੈ ਸਾਡੇ ਕੋਲ, ਟਨ ਹੈ, ਤਾਂ ਡਿਪਲੇਸ਼ਨ ਪਰ ਯੂਨਿਟ ਅਤੇ ਡਿਪਲੇਸ਼ਨ ਪਰ ਟਨ ਲੱਗੇਗਾ। ਉਹਦਾ ਫਾਰਮੂਲਾ ਕੀ ਹੁੰਦਾ ਹੈ, ਕੋਸਟ ਦੇ ਵਿੱਚੋਂ ਤੁਸੀਂ ਮਾਈਨਸ ਕਰ ਦੇਣੀ ਹੈ ਰੈਜ਼ੀਡੂਅਲ ਵੈਲਿਊ। ਕੋਸਟ ਕਿੰਨੀ ਆਪਣੀ 1 ਲੱਖ, 10 ਲੱਖ, ਉਹਦੇ 'ਚੋਂ ਮਾਈਨਸ ਕਰ ਦਿਓ 1 ਲੱਖ ਦੀ ਰੈਜ਼ੀਡੂਅਲ ਵੈਲਿਊ, ਅਤੇ ਜਿੰਨਾ ਐਸਟੀਮੇਟਿਡ ਰਿਸੋਰਸਿਸ ਹੁੰਦਾ ਉਹਨੂੰ ਡਿਵਾਈਡ ਕਰਨਾ ਹੁੰਦਾ। ਐਸਟੀਮੇਟਿਡ ਰਿਸੋਰਸਿਸ ਕਿੰਨੇ ਸਾਡੇ ਕੋਲ 90,000, ਇਹਨੂੰ ਡਿਵਾਈਡ ਕਰ ਦਿਓ ਡਿਪਲੇਸ਼ਨ ਪਰ ਯੂਨਿਟ ਦੇ ਵਿੱਚ। ਜਦੋਂ ਤੁਸੀਂ 90 ਲੈਕਸ ਨੂੰ 90,000 ਨਾਲ ਡਿਵਾਈਡ ਕਰੋਗੇ ਤਾਂ ਤੁਹਾਡੇ ਕੋਲ ਆਏਗਾ ₹10 ਪਰ ਟਨ, ਕਿ ਇੱਕ ਯੂਨਿਟ ਦੀ ਕੋਸਟ ਕਿੰਨੀ ਆਏਗੀ, 10 ਪਰ ਟਨ। ਫਿਰ ਹੁਣ ਆਪਾਂ ਨਿਕਾਲਣਾ ਡੈਪਰੀਸੀਏਸ਼ਨ। ਡੈਪਰੀਸੀਏਸ਼ਨ ਦਾ ਫਾਰਮੂਲਾ ਕੀ ਸੀਗਾ, ਡਿਪਲੇਸ਼ਨ ਪਰ ਯੂਨਿਟ ਨੂੰ ਮਲਟੀਪਲਾਈ ਕਰ ਦੋਗੇ ਤੁਸੀਂ ਯੂਨਿਟ ਐਕਸਟ੍ਰੈਕਟਿਡ ਇਨ ਅ ਈਅਰ। ਯੂਨਿਟ ਐਕਸਟ੍ਰੈਕਟਿਡ ਇਨ ਅ ਈਅਰ ਕਿੰਨੇ ਗਿਵਨ ਹੈ, 12,000। ਤਾਂ ਤੁਸੀਂ ਇਸ 10 ਰੁਪੀਜ਼ ਨੂੰ 12,000 ਨਾਲ ਮਲਟੀਪਲਾਈ ਕਰੋਗੇ, ਤੁਹਾਡੇ ਕੋਲ ਆਏਗਾ 1,20,000। ਇਹ ਆਈ ਡੈਪਰੀਸੀਏਸ਼ਨ ਦੀ ਵੈਲਿਊ। ਠੀਕ ਹੈ, ਇਹ ਹੋ ਜਾਏਗਾ ਤੁਹਾਡਾ ਯੂਨਿਟ ਐਕਸਟ੍ਰੈਕਟਿਡ, ਇਹ ਹੋ ਜਾਏਗਾ ਡਿਪਲੇਸ਼ਨ ਪਰ ਯੂਨਿਟ। आई होप तुहानू डेप्रीसीएशन की वैल्यू क्लीयर है कि किद्दां निकालोगे अकॉर्डिंग टू डिप्लेशन मैथड। नैक्सट आंदा साडे कोल जनरल एंट्री। जनरल एंट्री सेम ही रहेगी जिद्दां हर मैथड दे विच रही है। डेप्रीसीएशन अकाउंट डेबिट करोगे, जिहड़ा एसेट होएगा उन्होंने क्रेडिट करोगे। हुण इहदी डेप्रीसीएशन की अमाउंट कितनी आ रही सी, 1,20,000, तां 1,20,000 मैं इत्थे शो कर दित्ता। होप तुहानू एग्जाम्पल क्लीयर है। नैक्सट लास्ट पॉइंट आंदा साडे कोल ऑब्जेक्टिव टाइप पॉइंट्स तुहाडे एग्जाम लई जो इंपॉर्टेंट है, जो तुसीं वन लाइनर याद करने हैं। सूटेबल कित्थे है वाला मैथड, नैचुरल रिसोर्सिस ते। बेस की है इन्हां दा, एक्सट्रैक्शन नॉट टाइम। इस मैथड का बेस्ड है एक्चुअल एक्सट्रैक्शन नॉट टाइम। टाइम नूं नहीं देखा जाता कि कितना साल है, ये देखा जाता उस कितनी एक्सट्रैक्शन निकाली गई है, मतलब उन्होंने कितना यूज़ किया गया। ठीक है, फॉर्मूला यूज्ड, दो फॉर्मूले यूज़ होंगे, एक डिप्लेशन वाला एक डेप्रीसीएशन वाला। तो डिप्लेशन पर यूनिट वाला फॉर्मूला मैं इत्थे मैंशन किया है। उस तो बाद इस मैथड नूं होर की कहा जाता है, वेस्टिंग एसेट मैथड कहा जाता है। नॉट सूटेबल फॉर किहड़े एसेट्स के उत्ते सूटेबल नहीं है, बिल्डिंग मशीनरी एक्सैक्ट्रा, जो साडे दूजे फिक्सड एसेट है उन्हां दे उत्ते इह सूटेबल नहीं है। यूनिट ऑफ मेजरमेंट की है इन्हां दी, यूनिट्स मैं तुहानूं दस्सिया ना डिप्लेशन पर यूनिट, तो वो यूनिट किहड़ी होएगी, टन भी हो सकती है, बैरल भी हो सकती है, केजी भी हो सकती है, ये इन्हां दी यूनिट्स होएगी।
क्वेश्चन है डेप्रीसीएशन वेरी करेगी। हाँ जी यस डेप्रीसीएशन बेस्ड ऑन द यूनिट एक्सट्रैक्टेड ईच ईयर, जिन्ना तुसी हर साल दे विच एक्सट्रैक्ट करोगे ਉਹਦੇ ਉੱਤੇ डेप्रीसीएशन बेस्ड है। ਤਾਂ ਜਦੋਂ ਤੁਸੀਂ ਉਹਨੂੰ ਨਿਕਾਲਦੇ ਰਹੋਗੇ ਤਾਂ डेप्रीसीएशन चेंज ਹੁੰਦੀ ਰਹੇਗੀ, ਪਹਿਲੇ ਸਾਲ ਕੁਛ, ਦੂਜੇ ਸਾਲ ਕੁਛ, ਤੀਜੇ ਸਾਲ ਕੁਛ। ਨੈਕਸਟ ਪੁਆਇੰਟ ਹੈ ਸਾਡੇ ਕੋਲ ਸਕ੍ਰੈਪ ਵੈਲਿਊ ਕੰਸੀਡਰ ਕੀਤੀ ਜਾਂਦੀ ਹੈ ਇਸ ਮੈਥਡ ਦੇ ਅਕੋਰਡਿੰਗ। ਯੈਸ ਇਸ ਮੈਥਡ ਦੇ ਅਕੋਰਡਿੰਗ ਸਕ੍ਰੈਪ ਵੈਲਿਊ ਕੰਸੀਡਰ ਕੀਤੀ ਜਾਂਦੀ ਹੈ। ਅਤੇ ਜਿਹੜਾ ਮੈਂ ਲਾਸਟ ਮੈਥਡ ਕਰਵਾਇਆ ਸੀਗਾ ਰੀਵੈਲਿਊਏਸ਼ਨ ਮੈਥਡ, ਉਹਦੇ ਵਿੱਚ ਸਕ੍ਰੈਪ ਵੈਲਿਊ ਕੰਸੀਡਰ ਨਹੀਂ ਕੀਤੀ ਜਾਂਦੀ। ਠੀਕ ਹੈ, ਔਰ ਲਾਸਟ ਕਲਾਸ ਦੇ ਵਿੱਚ ਜਦੋਂ ਇਹ ਵਾਲਾ ਚੈਪਟਰ ਸਾਡਾ ਖਤਮ ਹੋਣ ਲੱਗੇਗਾ ਮੈਂ ਸਾਰੇ ਮੈਥਡਸ ਦੇ ਡਿਫਰੈਂਸਿਸ ਤੁਹਾਨੂੰ ਕਰਵਾਉਂਗੀ, ਡਿਫਰੈਂਸਿਸ ਦੇ ਵਿੱਚੋਂ ਕੁਐਸਚਨ ਪੁੱਛਿਆ ਜਾ ਸਕਦਾ। ਸੋ ਇਹ ਸੀ ਜੀ ਅੱਜ ਦੀ ਆਪਣੀ ਕਲਾਸ, ਜਿਹਦੇ ਵਿੱਚ ਆਪਾਂ ਡਿਪਲੇਸ਼ਨ ਮੈਥਡ ਨੂੰ ਖਤਮ ਕੀਤਾ ਹੈ। ਇਸ ਤੋਂ ਬਾਅਦ ਸਾਡੇ ਸਿਰਫ 2 ਮੈਥਡ ਰਹਿ ਗਏ ਆ, ਇੱਕ ਮਸ਼ੀਨ ਆਰ, ਇੱਕ ਮਾਈਲੇਜ ਮੈਥਡ। ਅਤੇ ਜੇ ਹੋ ਸਕਿਆ ਮੈਂ ਉਹਨੂੰ ਇੱਕ ਹੀ ਕਲਾਸ ਦੇ ਵਿੱਚ ਅਰੇਂਜ ਕਰ ਦੂੰਗੀ। ਸੋ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਔਰ ਆਪਣਾ ਫੀਡਬੈਕ ਮੈਨੂੰ ਜ਼ਰੂਰ ਦੇਣਾ। ਔਰ ਇਹਦੇ ਨਾਲ ਨਾਲ ਮੇਰਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਓ ਫॉर ਰੈਗੂਲਰ ਅਪਡੇਟਸ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਮੈਥਡ ਦੇ ਨਾਲ। ਥੈਂਕ ਯੂ ਸੋ ਮਚ।